ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਿਰਿਆ ਵਿਸ਼ੇਸ਼ਣ ਜਿਹੜਾ ਉਹ ਪੜ੍ਹਨ ਜਾ ਰਹੇ ਹਾਂ। ਅਤੇ ਕਿਰਿਆ ਵਿਸ਼ੇਸ਼ਣ ਜਿਹੜਾ ਆ ਉਹ ਇੱਕ ਸ਼ਬਦ ਸ਼੍ਰੇਣੀ ਹੈ। ਜਦੋਂ ਅਸੀਂ ਸ਼ਬਦ ਦੀ ਗੱਲ ਕਰਦੇ ਹਾਂ ਆਪਾਂ ਸ਼ਬਦ ਦੀਆਂ ਜਿਹੜੀਆਂ ਨੇ ਉਹ 8 ਸ਼੍ਰੇਣੀਆਂ ਮੰਨੀਆਂ ਗਈਆਂ ਨੇ, ਜਿਹਦੇ ਵਿੱਚੋਂ ਜਿਹੜਾ ਆ ਕਿਰਿਆ ਵਿਸ਼ੇਸ਼ਣ ਇੱਕ ਸ਼੍ਰੇਣੀ ਹੈਗੀ ਹੈ। ਸ਼ਬਦ ਸ਼੍ਰੇਣੀ ਮਤਲਬ ਇਹ ਸ਼ਬਦ ਵਿੱਚ ਆ ਕੇ ਆਪਣਾ ਕਾਰਜ ਜਿਹੜਾ ਆ ਉਹ ਕਰਦੀ ਹੈ। ਕਿਰਿਆ ਅਤੇ ਵਿਸ਼ੇਸ਼ਣ ਜਿਹੜਾ ਆ ਸਭ ਤੋਂ ਪਹਿਲਾਂ ਅਸੀਂ ਕਿਰਿਆ ਅਤੇ ਵਿਸ਼ੇਸ਼ਣ ਨੂੰ ਸਮਝ ਲੈਂਦੇ ਹਾਂ। ਕਿਰਿਆ ਵਿਸ਼ੇਸ਼ਣ ਦੋ ਵੱਖ-ਵੱਖ ਸ਼ਬਦ ਸ਼੍ਰੇਣੀਆਂ ਹੈਗੀਆਂ ਨੇ, ਠੀਕ ਹੈ। ਦੋ ਵੱਖ-ਵੱਖ ਸ਼ਬਦ ਸ਼੍ਰੇਣੀਆਂ ਨੇ ਅਤੇ ਦੋਵੇਂ ਮਿਲ ਕੇ ਇੱਕ ਵੱਖਰੀ ਸ਼ਬਦ ਸ਼੍ਰੇਣੀ ਦਾ ਨਿਰਮਾਣ ਕਰ ਰਹੀਆਂ ਨੇ। ਕਿਰਿਆ ਵਿਸ਼ੇਸ਼ਣ ਦਾ ਨਿਰਮਾਣ ਜਿਹੜਾ ਉਹ ਕਰ ਰਹੀਆਂ ਨੇ। ਕਿਰਿਆ ਜਿਹੜੀ ਆ ਉਹ ਕਿਸੇ ਕੰਮ ਦਾ ਜਿਹੜਾ ਹੋਣਾ ਉਹ ਦੱਸਦੀ ਹੈ। ਵਿਸ਼ੇਸ਼ਣ ਜਿਹੜਾ ਆ ਉਹ ਨਾਂਵ ਪੜਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ, ਠੀਕ ਹੈ। ਉਸਦੇ ਗੁਣ ਔਗਣ ਸਭ ਕੁਛ ਤੁਸੀਂ ਪਹਿਲਾਂ ਪੜ੍ਹਿਆ ਹੋਇਆ ਹੈ ਕਿ ਕਿਰਿਆ ਕੀ ਹੈ, ਵਿਸ਼ੇਸ਼ਣ ਕੀ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਕਿਰਿਆ ਵਿਸ਼ੇਸ਼ਣ ਦੀ। ਜਿੱਥੇ ਕਿਰਿਆ ਜਿਹੜੀ ਕੰਮ ਦਾ ਹੋਣਾ ਦੱਸਦੀ ਹੈ ਅਤੇ ਵਿਸ਼ੇਸ਼ਣ ਵਿਸ਼ੇਸ਼ਤਾ ਦੱਸਦਾ ਹੈ, ਉੱਥੇ ਕਿਰਿਆ ਵਿਸ਼ੇਸ਼ਣ ਕੀ ਕਰਦਾ ਹੈ। ਕਿਰਿਆ ਵਿਸ਼ੇਸ਼ਣ ਜਿਹੜਾ ਆ ਉਹ ਜੋ ਸ਼ਬਦ ਕਿਰਿਆ ਅਤੇ ਵਿਸ਼ੇਸ਼ਣਾਂ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਨੇ, ਅਸਲ ਵਿੱਚ ਉਹ ਕਿਰਿਆ ਵਿਸ਼ੇਸ਼ਣ ਕਹਿਲਾਉਂਦੇ ਨੇ। ਮਤਲਬ ਜੋ ਕਿਰਿਆ ਦੀ ਵਿਸ਼ੇਸ਼ਤਾ ਦੱਸੇ, ਠੀਕ ਹੈ। ਜੋ ਸ਼ਬਦ ਕਿਰਿਆ ਅਤੇ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦੇ ਨੇ। ਮੰਨ ਲਓ ਕੋਈ ਸ਼ਬਦ ਜਿਹੜਾ ਉਹ ਲਿਖਿਆ ਹੋਇਆ ਹੈ, ਉਹਦੀ ਅੱਗੋਂ ਵਿਸ਼ੇਸ਼ਤਾ ਜਿਹੜਾ ਦੱਸਦਾ ਹੈ, ਕਿਰਿਆ ਦੀ ਵਿਸ਼ੇਸ਼ਤਾ ਦੱਸਦਾ, ਉਹਨੂੰ ਕੀ ਕਹਿੰਦੇ ਨੇ, ਕਿਰਿਆ ਵਿਸ਼ੇਸ਼ਣ। ਜਿਵੇਂ ਅਸੀਂ ਉਦਾਹਰਨ ਰਾਹੀਂ ਸਮਝਦੇ ਹਾਂ, ਬਲਬੀਰ ਹੌਲੀ ਤੁਰਦਾ ਹੈ। ਬਲਬੀਰ ਤੁਰਦਾ ਹੈ, ਇਹ ਉਹਦੀ ਕਿਰਿਆ ਹੈ। ਤੁਰਨਾ ਉਹਦੀ ਕਿਰਿਆ ਹੈ, ਪਰ ਉਹ ਤੁਰ ਕਿਵੇਂ ਰਿਹਾ ਹੈ, ਉਹ ਹੌਲੀ ਤੁਰ ਰਿਹਾ ਹੈ, ਤੇਜ਼ ਤੁਰ ਰਿਹਾ ਹੈ, ਜਿਹੜਾ ਜਲਦੀ ਜਲਦੀ ਤੁਰ ਰਿਹਾ ਹੈ। ਇਹ ਉਹਦੇ ਤੁਰਨ ਦੀ ਵਿਸ਼ੇਸ਼ਤਾ ਹੈ ਕਿ ਉਹ ਤੁਰਦਾ ਕਿਵੇਂ ਹੈ। ਸੋ ਕਿਰਿਆ ਵਿਸ਼ੇਸ਼ਣ ਸਾਨੂੰ ਕੀ ਦੱਸਦੀ ਹੈ, ਕਿਰਿਆ ਦੀ ਵਿਸ਼ੇਸ਼ਤਾ। ਕਿਰਿਆ ਜਿਹੜੀ ਹੈ ਉਹ ਹੌਲੀ ਹੋ ਰਹੀ ਹੈ, ਇਹੀ ਉਹਦੀ ਵਿਸ਼ੇਸ਼ਤਾ ਹੈ। ਪ੍ਰਭਜੋਤ ਬਹੁਤ ਹੁਸ਼ਿਆਰ ਹੈ, ਪ੍ਰਭਜੋਤ ਹੁਸ਼ਿਆਰ ਹੈ, ਬਹੁਤ ਹੁਸ਼ਿਆਰ ਹੈ, ਉਹ ਉਹਦੇ ਵਿਸ਼ੇਸ਼ਣ ਤੋਂ ਪਤਾ ਚੱਲ ਰਿਹਾ। ਸੋ ਪਹਿਲੇ ਵਾਕਾਂ ਵਿੱਚ ਹੌਲੀ ਅਤੇ ਜਿਹੜੀ ਆ ਉਹ ਬਹੁਤ ਜਿਹੜਾ ਆ ਉਹ ਵਿਸ਼ੇਸ਼ਣ ਦੇ ਵਿਸ਼ੇਸ਼ਤਾ ਦੇ ਭਾਵਾਂ ਨੂੰ ਦਰਸਾ ਰਹੀ ਹੈ। ਅਤੇ ਕਿਰਿਆ ਜਿਹੜੀ ਹੌਲੀ ਅਤੇ ਤੁਰਦਾ ਕਿਰਿਆ ਦੀ ਜਿਹੜੇ ਆ ਉਹ ਦੇ ਭਾਵਾਂ ਨੂੰ ਦਰਸਾ ਰਹੀ ਹੈ। ਮਤਲਬ ਪਹਿਲੇ ਵਾਕ ਵਿੱਚ ਸ਼ਬਦ ਹੌਲੀ ਤੁਰਦਾ ਅਤੇ ਉਸ ਤੋਂ ਬਾਅਦ ਜਿਹੜਾ ਆ ਉਹ ਕਿਰਿਆ ਤੁਰਦਾ ਹੈ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰ ਰਹੀ ਹੈ। ਜਿਹੜੀ ਹੌਲੀ ਹੈ ਉਹ ਕਿਰਿਆ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰ ਰਹੀ ਹੈ। ਦੂਸਰੇ ਵਾਕ ਦੇ ਵਿੱਚ ਸ਼ਬਦ ਬਹੁਤ ਜਿਵੇਂ ਹੁਸ਼ਿਆਰ ਜਿਹੜੇ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰ ਰਹੀ ਹੈ। ਉਸ ਤੋਂ ਬਾਅਦ ਜਿਹੜਾ ਅਸੀਂ ਗੱਲ ਕਰਾਂਗੇ ਕਿਰਿਆ ਦੀ ਕਿਸਮਾਂ ਦੀ। ਸੋ ਇੱਕ ਵਾਰੀ ਦੁਬਾਰਾ ਆਪਾਂ ਗੱਲ ਕਰ ਲੈਂਦੇ ਹਾਂ। ਕਿਰਿਆ ਵਿਸ਼ੇਸ਼ਣ ਕੀ ਹੈ, ਜਿਸ ਸ਼ਬਦ ਤੋਂ ਸਾਨੂੰ ਕਿਰਿਆ ਦੀ ਵਿਸ਼ੇਸ਼ਤਾ ਜਾਂ ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦੇ ਨੇ, ਉਹਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ। ਕਿਰਿਆ ਵਿਸ਼ੇਸ਼ਣ ਜਿਹੜੇ ਨੇ ਉਹ 8 ਪ੍ਰਕਾਰ ਦੇ ਮੰਨੇ ਗਏ ਨੇ। ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਮਿਣਤੀਵਾਚਕ, ਸੰਖਿਆਵਾਚਕ, ਨਿਰਣਾਵਾਚਕ, ਕਾਰਨਵਾਚਕ ਅਤੇ ਨਿਸ਼ਚੈਵਾਚਕ। ਹੁਣ ਅੱਗੇ ਇਹਨਾਂ ਨੂੰ ਜਿਹੜਾ ਆ ਆਪਾਂ ਇਕੱਲੇ ਬਿਆਨ ਕਰਦੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗੀ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ। ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਹੜੀ ਹੈ ਉਹ ਕੀ ਹੁੰਦੀ ਹੈ, ਜਿਹੜੇ ਕਿਰਿਆ ਵਿਸ਼ੇਸ਼ਣ ਜਿਹੜੀ ਹੈ ਕਿਰਿਆ ਵਾਪਰਨ ਜਾਂ ਕੰਮ ਹੋਣ ਦੇ ਸਮੇਂ ਬਾਰੇ ਦੱਸਦੀ ਹੈ ਕਿ ਕਿਰਿਆ ਕੋਈ ਵੀ ਕਿਰਿਆ ਜਿਹੜੀ ਉਹ ਕਿਸ ਕਾਲ ਵਿੱਚ ਵਾਪਰੀ। ਸਮਾਂ ਕੀ ਉਹ ਹੁਣੇ ਹੋਈ ਹੈ, ਕੀ ਅੱਜ ਹੋਈ ਹੈ, ਸਵੇਰੇ ਹੋਈ ਹੈ, ਪਰਸੋਂ ਹੋਈ ਹੈ, ਦੁਪਹਿਰੇ ਹੋਈ ਹੈ। ਮਤਲਬ ਕਿਰਿਆ ਕਦੋਂ ਵਾਪਰੀ ਉਸ ਦੇ ਬਾਰੇ ਬੋਧ ਕਰਾਉਂਦੀ ਹੈ, ਉਹਨੂੰ ਕੀ ਕਹਿੰਦੇ ਨੇ ਅਸੀਂ, ਕਾਲਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਰਮਨਦੀਪ ਪਰਸੋਂ ਦਿੱਲੀ ਜਾਵੇਗਾ। ਉਸ ਤੋਂ ਬਾਅਦ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਵਾਪਰਨ ਦੇ ਸਥਾਨ ਅਰਥਾਤ ਕੰਮ ਹੋਣ ਦੀ ਥਾਂ ਬਾਰੇ ਸਾਨੂੰ ਦੱਸਦਾ ਆ ਕਿ ਕਿਰਿਆ ਕਿਸ ਸਥਾਨ 'ਤੇ ਵਾਪਰੀ ਹੈ। ਕਿ ਉਹ ਬਾਹਰ ਵਾਪਰੀ ਹੈ, ਵਿਚਕਾਰ ਵਾਪਰੀ ਹੈ, ਉੱਪਰ ਵਾਪਰੀ ਹੈ, ਦੂਜੇ ਸੱਜੇ ਖੱਬੇ ਕਿੱਥੇ ਵਾਪਰੀ, ਉਹਦਾ ਸਥਾਨ ਕੀ ਹੈ ਕਿਰਿਆ ਦੇ ਵਾਪਰਨ ਦਾ, ਉਹਦੇ ਬਾਰੇ ਸਾਨੂੰ ਬੋਧ ਕੌਣ ਕਰਵਾ ਰਹੀ ਹੈ, ਉਹ ਸਾਨੂੰ ਕਿਰਿਆ ਵਿਸ਼ੇਸ਼ਣ। ਕਿਹੜੀ ਕਿਰਿਆ ਵਿਸ਼ੇਸ਼ਣ, ਸਥਾਨਵਾਚਕ। ਕਿਰਿਆ ਵਾਪਰੀ ਹੈ ਪਰ ਉਹਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਉੱਪਰ ਵਾਪਰੀ ਹੈ। ਕਹਿੰਦੇ ਅਸੀਂ ਉੱਪਰ ਖੇਡਦੇ ਹਾਂ, ਕਿਰਿਆ ਵਾਪਰੀ ਹੈ। ਬੱਚੇ ਬਾਹਰ ਸੈਰ ਕਰਦੇ ਨੇ, ਸੈਰ ਕਰਨ ਦੀ ਕਿਰਿਆ ਵਾਪਰੀ ਹੈ ਪਰ ਉਹਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਬਾਹਰ ਸੈਰ ਕਰਦੇ ਨੇ। ਇਹ ਹੈ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਉਸ ਤੋਂ ਬਾਅਦ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦੇ ਢੰਗ ਜਾਂ ਤਰੀਕੇ ਬਾਰੇ ਸਾਨੂੰ ਕਿ ਕਿਰਿਆ ਕਿਵੇਂ ਹੋਈ ਹੈ, ਛੇਤੀ ਹੋਈ ਹੈ, ਹੌਲੀ ਹੋਈ ਹੈ, ਇੰਝ ਹੋਈ ਹੈ, ਰੁਕ ਕੇ ਹੋਈ ਹੈ, ਫਟਾਫਟ ਹੋਈ ਹੈ, ਕਿਵੇਂ ਹੋਈ ਹੈ, ਉਹਦੇ ਬਾਰੇ ਸਾਨੂੰ ਜਿਹੜਾ ਬੋਧ ਕਰਵਾਉਂਦੀ ਹੈ। ਜਿਵੇਂ ਰਮਨ ਤੇਜ਼ ਦੌੜਦਾ ਹੈ, ਜੋ ਹੌਲੀ ਹੌਲੀ ਬੋਲਦੀ ਹੈ। ਕਿਰਿਆ ਦੇ ਪ੍ਰਕਾਰ ਢੰਗ ਬਾਰੇ ਜੋ ਸਾਨੂੰ ਦੱਸਦਾ। ਉਸ ਤੋਂ ਬਾਅਦ ਮਿਣਤੀਵਾਚਕ ਜੋ ਸਾਨੂੰ ਕਿਰਿਆ ਦੀ ਕੰਮ ਦੀ ਮਿਣਤੀ ਜਾਂ ਮਿਕਦਾਰ ਬਾਰੇ ਦੱਸੇ। ਘੱਟ, ਬਹੁਤਾ, ਥੋੜ੍ਹਾ, ਕਿੰਨਾ ਕੁ। ਜਿਵੇਂ ਮੈਨੂੰ ਬਹੁਤ ਥੋੜ੍ਹਾ ਦੁੱਧ ਚਾਹੀਦਾ ਹੈ, ਮਤਲਬ ਕਿਰਿਆ ਜੋ ਵੀ ਕੋਈ ਕੰਮ ਹੋ ਰਿਹਾ ਹੈ ਉਹਦੇ ਬਾਰੇ ਉਹਦੀ ਮਿਣਤੀ, ਬਾਲਟੀ ਵਿੱਚ ਕਿੰਨਾ ਕੁ ਪਾਣੀ ਹੈ। ਉਸ ਤੋਂ ਬਾਅਦ ਸੰਖਿਆਵਾਚਕ ਜੋ ਸਾਨੂੰ ਉਹਦੀ ਸੰਖਿਆ, ਗਿਣਤੀ ਜਾਂ ਵਾਰ-ਵਾਰ। ਇਹਦੇ ਵਿੱਚ ਅਸੀਂ ਮਿਕਦਾਰ, ਮਾਤਰਾ, ਇਹਦੇ ਵਿੱਚ ਗਿਣਤੀ ਕਿੰਨੀ ਵਾਰੀ,
ਦੁਬਾਰਾ, ਕੜੀ ਮੁੜੀ, ਇੱਕ ਵਾਰੀ, ਬਹੁਤ ਵਾਰੀ, ਇਹ ਸਾਰਾ ਕੁਝ ਸਾਨੂੰ ਜਿਹੜੀ ਹੈ ਸੰਖਿਆਵਾਚਕ ਤੋਂ ਪਤਾ ਚੱਲਦਾ ਹੈ। ਜਿਵੇਂ ਹਰਭਜਨ ਮੁੜ ਮੁੜ ਹੀ ਗਲਤੀਆਂ ਕਰਦਾ ਹੈ, ਮਤਲਬ ਉਹ ਬਾਰ-ਬਾਰ ਮਤਲਬ ਗਿਣਤੀ ਦੱਸੀ ਹੈ ਕਿ ਹਰ ਵਾਰ ਜਾਂ ਕਈ ਵਾਰੀ ਗਲਤੀਆਂ ਕਰਦਾ ਆ। ਉਹ ਤੋਂ ਬਾਅਦ ਨਿਰਣਾਵਾਚਕ, ਜਿਹਦੇ ਵਿੱਚ ਨਿਰਣਾ ਅਤੇ ਨਿਸ਼ਚਿਤ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਇਹਦੇ ਬਾਰੇ ਮੈਂ ਤੁਹਾਨੂੰ ਖੋਲ੍ਹ ਕੇ ਦੱਸ ਦਿੰਦੀ ਹਾਂ। ਸਭ ਤੋਂ ਪਹਿਲਾਂ ਕਾਰਨਵਾਚਕ ਪੜ੍ਹ ਦਿੰਦੇ ਹਾਂ, ਫਿਰ ਇਹਨਾਂ ਦੋਨਾਂ ਬਾਰੇ ਤੁਹਾਨੂੰ ਮੈਂ ਪੜ੍ਹਾਵਾਂਗੀ। ਕਾਰਨਵਾਚਕ ਕਿਰਿਆ ਵਿਸ਼ੇਸ਼ਣ ਵਿੱਚ ਕੀ ਹੈ? ਕਿਰਿਆ ਕੋਈ ਵਾਪਰੀ, ਉਹਦੇ ਪਿੱਛੇ ਕੋਈ ਕਾਰਨ ਹੈ, ਠੀਕ ਹੈ, ਉਹਦੇ ਬਾਰੇ ਸਾਨੂੰ ਜਦੋਂ ਜਾਣਕਾਰੀ ਮਿਲੇ, ਜਿਵੇਂ ਕਿਉਂਕਿ, ਇਸੇ ਕਰਕੇ, ਕਿ ਆਹ ਕਿਰਿਆ ਇਸੇ ਕਰਕੇ ਹੋਈ, ਇਹਦੇ ਪਿੱਛੇ ਆਹ ਕਾਰਨ ਹੈ। ਜਿਵੇਂ ਮੈਂ ਸ਼ਹਿਰ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ, ਜਿਹਦੇ ਪਿੱਛੇ ਕੋਈ ਕਾਰਨ ਹੋਵੇ, ਇਸ ਦੀ ਕਿਰਿਆ ਦਾ ਸਾਨੂੰ ਕਿਵੇਂ ਪਤਾ ਚੱਲੇਗਾ? ਕਿਉਂਕਿ। ਇਸੇ ਤਰ੍ਹਾਂ ਕਿਉਂ ਜੋ ਇੱਦਾਂ ਦੇ ਸ਼ਬਦ ਲੱਗੇ ਹੋਣ ਤੇ ਉੱਥੇ ਕਿਹੜੀ ਹੋਏਗੀ? ਕਾਰਨਵਾਚਕ ਕਿਰਿਆ ਵਿਸ਼ੇਸ਼ਣ ਹੋਏਗੀ। ਉਸ ਤੋਂ ਬਾਅਦ ਨਿਰਣਾ ਅਤੇ ਨਿਸ਼ਚਾ, ਕੋਈ ਕੰਮ ਹੋਇਆ ਹੈ, ਠੀਕ ਹੈ, ਜਿਹੜਾ ਨਿਰਣਾ ਆ ਉਹ ਸਾਨੂੰ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਜਿਹੜਾ ਨਿਰਣਾ ਲਿਆ ਗਿਆ ਉਹਦੇ ਬਾਰੇ ਜਾਣਕਾਰੀ ਦਿੰਦਾ। ਨਿਸ਼ਚੇ, ਜੋ ਕਿਰਿਆ ਦੇ ਕੰਮ ਦੀ ਪੱਕਿਆਈ, ਵੀ ਹਾਂ ਇਹ ਕੰਮ ਹੋਏਗਾ ਹੀ ਹੋਏਗਾ। ਨਿਸ਼ਚੇ, ਇੱਥੇ ਕੋਈ ਕੰਮ ਹੋਣਾ ਜਾਂ ਨਾ ਹੋਣਾ ਉਹਦੇ ਨਿਰਣੇ ਸੰਬੰਧੀ ਹੈ। ਮਤਲਬ ਮੰਨ ਲਓ ਕਿ ਇੱਥੇ ਲਿਖਿਆ ਹੋਇਆ ਆ ਹਾਂ ਜੀ ਮੈਂ ਖੇਡਾਂਗਾ, ਇੱਥੇ ਕੀ ਆ, ਉਹਨੇ ਕਿਸੇ ਨੇ ਕੀਤੀ ਕਿ ਹਾਂ ਮੈਂ ਖੇਡਾਂਗਾ, ਪਰ ਪੱਕਾ ਨਹੀਂ ਹੈ ਵੀ ਉਹ ਖੇਡੇਗਾ ਹੀ ਖੇਡੇਗਾ। ਹੋ ਸਕਦਾ ਉਦੋਂ ਮਨਾ ਕਰ ਦੇ। ਕੰਮ ਦੇ ਹੋਣ ਜਾਂ ਨਾ ਹੋਣ ਦੇ ਬਾਰੇ, ਨਿਰਣੇ ਬਾਰੇ, ਬਸ ਇੱਥੇ ਨਿਰਣਾ ਲਿਆ ਗਿਆ ਕਿ ਆਪ ਕੰਮ ਮੈਂ ਕਰਾਂਗਾ, ਪਰ ਇੱਥੇ ਨਿਸ਼ਚਾ ਆ ਪੱਕੇ ਤੌਰ 'ਤੇ ਵੀ ਜੇ ਉਹਨੇ ਕਿਹਾ ਮੈਂ ਖੇਡਾਂਗਾ ਤਾਂ ਫਿਰ ਪੱਕੇ ਤੌਰ 'ਤੇ ਖੇਡਣਾ ਹੀ ਖੇਡਣਾ ਹੈ। ਜਿਸ ਕਿਰਿਆ ਦੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਹੋਣ ਦੀ ਪੱਕਿਆਈ, ਕਿ ਉਹ ਪੱਕੇ ਤੌਰ 'ਤੇ ਉਹ ਕੰਮ ਹੋਏਗਾ ਹੀ ਹੋਏਗਾ, ਠੀਕ ਹੈ। ਜਿਵੇਂ ਸੱਤ ਬਚਨ, ਠੀਕ, ਆਹੋ, ਬੇਸ਼ੱਕ, ਜ਼ਰੂਰ, ਹਾਂ ਜੀ ਮੈਂ ਜਾਵਾਂਗਾ। ਇੱਥੇ ਹੁਣ ਪੱਕੇ ਤੌਰ 'ਤੇ ਪੱਕਿਆਈ ਦੱਸੀ ਹੈ ਕਿ ਮੈਂ ਜਾਵਾਂਗਾ। ਇੱਥੇ ਅਗਰ ਉਹਨੇ ਕਿਹਾ ਕਿ ਮੈਂ ਜਾਵਾਂਗਾ ਪਰ ਉਹ ਨਹੀਂ ਵੀ ਜਾ ਸਕਦਾ, ਪੱਕੇ ਤੌਰ 'ਤੇ ਕੁਝ ਨਹੀਂ ਕਿਹਾ, ਸਿਰਫ ਉਹਨੇ ਨਿਰਣਾ ਦਿੱਤਾ। ਜਿਵੇਂ ਮੈਂ ਕੋਈ ਬੱਚਾ ਨਿਰਣਾ ਦੇ ਦਿੰਦਾ ਹੈ ਆਪਣਾ, ਪਰ ਇੱਥੇ ਨਿਸ਼ਚਾ ਦਿੱਤਾ ਗਿਆ ਕਿ ਹਾਂ ਉਹ ਕੰਮ ਹੋਏਗਾ ਹੀ ਹੋਏਗਾ। ਸੋ ਇਸੇ 8 ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ, ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਬੇਟਾ ਜੀ। ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਆਉਣੇ ਨੇ 10ਵੀਂ ਕਲਾਸ ਦੇ ਵਿੱਚ। ਤੁਹਾਨੂੰ ਕੁਛ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਵੇਂ ਇਹ ਜਿਹੜੀਆਂ ਉਦਾਹਰਨਾਂ ਨੇ, ਇਹਦੇ ਵਿੱਚੋਂ ਕੁਛ ਉਦਾਹਰਨਾਂ ਇਹਦੇ ਵਿੱਚੋਂ ਦੇ ਦਿੱਤੀਆਂ ਜਾਣ। ਜਿਵੇਂ ਪਰਸੋਂ ਲਿਖਿਆ ਹੋਵੇ, ਬਾਹਰ ਲਿਖਿਆ ਹੋਵੇ, ਛੇਤੀ ਲਿਖਿਆ ਹੋਵੇ, ਘੱਟ ਲਿਖਿਆ ਹੋਵੇ, ਅਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਬੇਟਾ ਇਹਦੇ ਵਿੱਚੋਂ ਤੁਸੀਂ ਸਥਾਨਵਾਚਕ ਚੁਣੋ, ਅਤੇ ਫਿਰ ਤੁਸੀਂ ਸਥਾਨਵਾਚਕ ਉੱਥੇ ਬਾਹਰ ਬਹੁ ਵਿਕਲਪੀ ਚੁਣੋਗੇ। ਤੁਹਾਨੂੰ ਇਹਦੇ ਜਿਹੜੀਆਂ ਉਦਾਹਰਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਪਏਗਾ। ਕਿਹੜੀ ਕਿਰਿਆ ਵਿਸ਼ੇਸ਼ਣ ਕਿਹੜੇ ਕਿਰਿਆ ਵਿਸ਼ੇਸ਼ਣ ਨੂੰ ਪ੍ਰਗਟ ਕਰ ਰਹੀ ਹੈ, ਮਤਲਬ ਕਿਰਿਆ ਵਿਸ਼ੇਸ਼ਣ ਲੱਗਾ ਹੋਇਆ ਹੈ, ਤੁਸੀਂ ਉਹਦੇ ਵਿੱਚ ਪਤਾ ਕਰਨਾ ਹੈ ਕਾਲਵਾਚਕ ਹੈ, ਸਥਾਨਵਾਚਕ ਹੈ, ਪ੍ਰਕਾਰਵਾਚਕ ਹੈ, ਕਿਹੜਾ ਕਿਰਿਆ ਵਿਸ਼ੇਸ਼ਣ ਲੱਗਾ ਹੋਇਆ। ਇਸ ਪ੍ਰਕਾਰ ਨਾਲ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਉਮੀਦ ਹੈ ਕਿ ਸਮਝ ਆਈ ਹੋਏਗੀ। ਇਹਨੂੰ ਦੁਬਾਰਾ ਪੜ੍ਹੋ, ਜਿਹੜੀ ਕੋਈ ਵੀ ਕਨਫਿਊਜ਼ਨ ਹੋਏਗੀ ਉਹ ਮੈਂ ਆਨਲਾਈਨ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।